ਸਾਰੇ ਜੱਗ ਵਿੱਚ ਵਸਣ ਵਾਲੇ ਪੰਜਾਬੀ ਪਿਆਰਿਆਂ ਦੀ ਸੇਵਾ ਵਿੱਚ ਤੁਹਾਡਾ ਸੱਜਣ, ਤੁਹਾਡਾ ਬੇਲੀ, ਤੁਹਾਡਾ ਮਿੱਤਰ, ਤੁਹਾਡਾ ਵੀਰ, ਤੁਹਾਡਾ ਭਰਾ ਤੇ ਮਾਂ ਬੋਲੀ ਪੰਜਾਬੀ ਦਾ ਨਿੱਕਾ ਜਿਹਾ ਸੇਵਕ ਡਾਕਟਰ MH ਬਾਬਰ ਹਾਜ਼ਰ ਹੈ ਜਨਾਬ ਇਲਿਆਸ ਘੁੰਮਣ ਹੋਰਾਂ ਦੀ ਕਿਤਾਬ ਵੰਡ ਦੀ ਕਿਸ਼ਤ ਨੰਬਰ 103 ਦੇ ਨਾਲ। ਤੇ ਅੱਜ ਇਹਦੇ 'ਚ ਸ਼ਾਮਲ ਹੈ ਜੀ ਕਹਾਣੀ ਨੰਬਰ 66। ਕਹਾਣੀ ਹੈ ਕਾਫਲਾ ਤੇ ਇਹਦੇ ਲਿਖਿਆਰ ਨੇ ਜਸਬੀਰ ਭੁੱਲਰ। ਤੇ ਆਓ ਫਿਰ ਕਹਾਣੀ ਸ਼ੁਰੂ ਕਰਨੇ ਆ। ਨਿੱਕਰ ਪਾਉਣ ਲੱਗਿਆਂ ਉਹਦੇ ਦੋਵੇਂ ਪੈਰ ਇੱਕੋ ਪਹੁੰਚੇ ਵਿੱਚ ਫਸ ਗਿਆ ਤੇ ਉਹ ਡਿੱਗ ਪਿਆ। ਮਾਂ ਉਹਦੇ ਵੱਲ ਵੇਖ ਕੇ ਨਿੰਮਾ ਜਿਹਾ ਮੁਸਕਰਾਈ ਤਾਂ ਉਹ ਰੋਣ ਲੱਗ ਪਿਆ। ਨਿੱਕਰ ਠੀਕ ਕਰਕੇ ਪਾਉਂਦਿਆਂ ਮਾਂ ਨੇ ਉਹਨੂੰ ਵਰਾਇਆ, ਵੇਖ ਜਦੋਂ ਤੂੰ ਵੱਡਾ ਹੋ ਜਾਏਗਾ ਨਾ ਤਾਂ ਸਾਰੇ ਕੰਮ ਆਪੇ ਠੀਕ ਕਰ ਲਿਆ ਕਰੇਗਾ। ਗੁਰਮੀਲ ਕੌਰ ਦੀ ਗੱਲ ਵੱਲ ਧਿਆਨ ਦਿੰਦਿਆਂ ਉਹਨੂੰ ਰੋਣ ਦਾ ਚੇਤਾ ਭੁੱਲ ਗਿਆ। ਉਸਨੇ ਆਪਣਾ ਹੱਥ ਛੱਤ ਵੱਲ ਲੰਮਾ ਕਰ ਦਿੱਤਾ ਤੇ ਫਿਰ ਮੈਂ ਐਡਾ ਵੱਡਾ ਹੋ ਜਾਊਂਗਾ। ਹਾਂ, ਬਹੁਤ ਵੱਡਾ। ਮੈਂ ਫਿਰ ਸਾਰੇ ਕੰਮ ਆਪੇ ਠੀਕ ਕਰ ਲਿਆ ਕਰੂੰਗਾ। ਹਾਂ, ਤੇ ਫਿਰ ਮੇਰੇ ਕਾਲੀ ਬੋਲੀ ਹਨੇਰੀ ਦਾ ਤੋਖਲਾ ਤੱਕ ਵੀ ਨਹੀਂ ਸੀ, ਪਰ ਬਾਹਰਲਾ ਬੂਹਾ ਕੁਝ ਇਸ ਤਰ੍ਹਾਂ ਖੜਕਿਆ ਜਿਵੇਂ ਝੱਖੜ ਝੁੱਲ ਪਿਆ ਹੁੰਦਾ ਹੈ। ਗੁਰਮੀਲ ਕੌਰ ਤ੍ਰਿਬਕ ਕੇ ਉੱਠੀ ਤੇ ਦਰਵਾਜ਼ੇ ਵੱਲ ਦੌੜੀ। ਹਾਕ ਦੀਆਂ ਗਿਰਜਾਂ ਨੇ ਲਗਾਤਾਰ ਪਰ ਫੜਫੜਾਏ, ਹੱਥਾਂ ਨੇ ਵਾਰ-ਵਾਰ ਬੂਹੇ ਉੱਤੇ ਥਾਪ ਦਿੱਤੀ। ਗੁਰਮੀਲ ਕੌਰ ਨੇ ਹਰਫਲੀ ਹੋਈ ਨੇ ਦਰਵਾਜ਼ਾ ਖੋਲ੍ਹਿਆ। ਬਿੱਕਰ ਨੇ ਅੰਦਰ ਵੜਦਿਆਂ ਸਾਰ ਹੀ ਕੁੰਡਾ ਅੜਾ ਦਿੱਤਾ। ਉਹ ਕੁਝ ਘਬਰਾਇਆ ਹੋਇਆ ਸੀ। ਉਹਦੇ ਮੱਥੇ ਉੱਤੇ ਮੁੜਕੇ ਦੀਆਂ ਬੂੰਦਾਂ ਸਨ। ਬਾਂਹ ਨਾਲ ਮੱਥੇ ਤੋਂ ਮੁੜਕਾ ਪੂੰਝਦਿਆਂ ਉਸਨੇ ਲੰਮਾ ਸਾਹ ਲਿਆ। ਆਟੇ ਵਾਲੇ ਪੀਪੇ ਵਿੱਚੋਂ ਛਾਨਣੀ ਲੈ ਕੇ ਉਸ ਨਲਕੇ ਹੇਠ ਰੱਖ ਦਿੱਤੀ। ਝੋਲਾ ਉਲੁੱਦਦਿਆਂ ਤਾਂ ਲਹੂ ਲਿਬੜੇ ਗਹਿਣਿਆਂ ਦਾ ਢੇਰ ਛਾਨਣੀ ਵਿੱਚ ਲੱਗ ਗਿਆ। ਲਹੂ ਨਾਲ ਦਾਗੀ ਹੋਇਆ ਝੋਲਾ ਉਸ ਗੁਰਮੀਲ ਵੱਲ ਸੁੱਟ ਦਿੱਤਾ। ਇਹਨੂੰ ਚੁੱਲ੍ਹੇ 'ਚ ਰੱਖ ਕੇ ਹੁਣੇ ਫੂਕ ਸੁੱਟ, ਨਹੀਂ ਜਾਣੀ ਹੈ ਕਿਤੇ। ਸਹਿ ਕਰਦੀ ਸ਼ਾਮ ਪਲਛਣ ਵਿੱਚ ਡੁੱਬ ਗਈ। ਉਸ ਮਿਆਨ ਕੰਧ ਨਾਲ ਟਿਕਾ ਦਿੱਤੀ ਤੇ ਕਿਰਪਾਨ ਦੀ ਨੋਕ ਨਾਲ ਛਾਨਣੀ ਖਿੱਚ ਕੇ ਨਲਕੇ ਹੇਠ ਕਰ ਲਈ। ਨਲਕਾ ਗੇੜ ਕੇ ਉਸ ਕਿਰਪਾਨ ਤੋਂ ਸੁੱਕਾ ਲਹੂ ਧੋ ਦਿੱਤਾ। ਗਿੱਲੀ ਕਿਰਪਾਨ ਗਲ ਵਾਲੀ ਕਮੀਜ਼ ਨਾਲ ਪੂੰਝ ਕੇ ਕਿਰਪਾਨ ਦੀ ਧਾਰ ਨੂੰ ਪਰਖਿਆ ਤੇ ਕਿਰਪਾਨ ਮਿਆਨ ਵਿੱਚ ਪਾ ਦਿੱਤੀ। ਨਿੱਕਾ ਆ ਕੇ ਪੈਰਾਂ ਭਾਰ ਖੁਰੇ ਦੇ ਬਨੇਰੀ ਤੇ ਬਹਿ ਗਿਆ। ਬਿੱਕਰ ਨੇ ਨਲਕਾ ਗੇੜਦਿਆਂ ਉਹਨੂੰ ਘੂਰਿਆ, ਜਾਂ ਪਹਿਲਾਂ ਨਿੱਕਰ ਦੇ ਬਟਨ ਬੰਦ ਕਰਵਾ ਗਿਆ, ਫੁੱਲੋਂ ਕੱਢੀ ਫਿਰਦਿਆਂ। ਨਿੱਕਾ ਨਿੰਮੋ ਝਾਉਣਾ ਉੱਠ ਕੇ ਮਾਂ ਕੋਲ ਆ ਗਿਆ। ਉਹ ਸ਼ਿਕਾਇਤ ਕਰਨ ਵਾਂਗ ਛਿੱਟਿਆਂ ਨਾਲ ਗਿੱਲੀ ਹੋ ਗਈ ਨਿੱਕਰ ਗੁਰਮੀਲ ਕੌਰ ਨੂੰ ਵਿਖਾਈ। ਗੁਰਮੀਲ ਕੌਰ ਨੇ ਛਿੱਟੇ ਝਾੜੇ। ਨਿੱਕੇ ਦੀ ਨਿੱਕਰ ਦੇ ਬਟਨ ਬੰਦ ਕਰਨ ਲਈ ਲੱਗ ਪਈ। ਜੇ ਪਿਓ ਕੋਲ ਇਸ ਤਰ੍ਹਾਂ ਹੀ ਢੁੱਕ ਬਹੇਗਾ ਫਿਰ ਛਿੱਟੇ ਤਾਂ ਪੈਣਗੇ ਹੀ। ਬਿੱਕਰ ਨੇ ਗਹਿਣਿਆਂ ਨੂੰ ਮਲ ਧੋਤਾ ਤੇ ਇਕੱਲੇ ਗਹਿਣੇ ਨੂੰ ਚਾਨਣ ਵੱਲ ਕਰਕੇ ਪਰਖਿਆ। ਗਹਿਣਿਆਂ ਉੱਤੇ ਲਹੂ ਲੱਗੇ ਰਹਿ ਜਾਂਦਾ ਸੰਸਾ ਹਾਲੇ ਵੀ ਬਾਕੀ ਸੀ। ਉਸ ਇੱਕ ਵਾਰੀ ਮੁੜ ਸਾਰੇ ਗਹਿਣੇ ਨਲਕੇ ਹੇਠ ਰੱਖ ਦਿੱਤੇ ਤੇ ਨਵੇਂ ਸਿਰਿਓਂ ਪਾਣੀ ਗੇੜਨ ਲੱਗ ਪਿਆ। ਨਿੱਕੇ ਨੇ ਗੱਲਾਂ ਦੀ ਟੁੱਟੀ ਲੜੀ ਮੁੜ ਜੋੜਨ ਲਈ, ਮਾਂ ਜਦੋਂ ਮੈਂ ਵੱਡਾ ਹੋ ਜਾਊਂਗਾ ਫਿਰ ਮੇਰੇ ਦਾੜੀ ਵੀ ਆ ਜੂਗੀ ਨਾ? ਹਾਂ, ਆ ਜੂਗੀ। ਮੈਂ ਫਿਰ ਭਾਜੀ ਬਣੂੰਗਾ? ਗੁਰਮੀਲ ਕੌਰ ਨੇ ਘਬਰਾ ਕੇ ਨਿੱਕੇ ਵੱਲ ਵੇਖਿਆ ਤੇ ਫਿਰ ਉਹਦੀ ਨਜ਼ਰ ਪੈਰਾਂ ਵਿੱਚ ਡਿੱਗੇ ਪਏ ਝੋਲੇ ਉੱਤੇ ਅਟਕ ਗਈ। ਉਸ ਕਾਹਲੀ ਨਾਲ ਨਿੱਕੇ ਦੇ ਮੱਥੇ ਉੱਤੇ ਹੱਥ ਫੇਰਿਆ, ਜਿਵੇਂ ਪੈਰਾਂ ਨਾਲ ਉੱਡੀ ਧੂੜ ਨੂੰ ਨਿੱਕੇ ਦੇ ਮੱਥੇ ਤੋਂ ਪੂੰਝ ਰਹੀ ਹੋਵੇ। ਅਸਲ ਵਿੱਚ ਘਰ ਦੀ ਵਲਗਨ ਨੂੰ ਖਬਰ ਹੀ ਨਹੀਂ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਮੌਸਮ ਹੀ ਵੱਢ ਟੁੱਕਦਾ ਸੀ। ਹਵਾ ਦੀ ਛਾਂ ਵਿੱਚ ਆਦਮਬੋ ਦਾ ਰੌਲਾ ਸੀ। ਲੋਕੀ ਸੱਚ ਤੋਂ ਤ੍ਰਹਿ ਕੇ ਸੁਪਨਿਆਂ ਤੋਂ ਪਨਾਹ ਮੰਗਣ ਲੱਗ ਪਏ ਸਨ। ਪਰ ਸੁਪਨਿਆਂ ਕੋਲ ਵੀ ਕਿਹੜੀ ਕੁਛ ਹੱਥ ਸੀ? ਸੁਪਨੇ ਤਾਂ ਆਪ ਨਥਾਵੇਂ ਸਨ ਤੇ ਹੁਣ ਉਹ ਹਵਾੜੀਆਂ ਦੀ ਤਸਦੀਕ ਤੋਂ ਘਬਰਾਈ ਬੈਠੀ ਸੀ। ਬਿੱਕਰ ਦੀਆਂ ਨਜ਼ਰਾਂ ਗੁਰਮੀਲ ਕੌਰ ਨਾਲ ਮਿਲੀਆਂ ਤਾਂ ਉਹਦੇ ਚਿਹਰੇ ਦੀ ਚਾਨਣੀ ਝੌਂ ਗਈ। ਹਥੜੀ ਛਾਨਣੀ ਕੰਬੀ, ਕੁਝ ਕਤਰੇ ਕਿਣਮਿਣ ਵਾਂਗ ਵਸੇ। ਨਿੱਕੇ ਨੇ ਆਪਣਾ ਹੱਥ ਛਾਨਣੀ ਹੇਠ ਪਸਾਰ ਕੇ ਛਾਨਣੀ ਨੂੰ ਮੁੜ ਹਿਲਾਇਆ ਤੇ ਆਪਣੀ ਤਲੀ ਉੱਤੇ ਨਿੱਕੇ ਕਤਰੇ ਡਿੱਗਦੇ ਵੇਖ ਕੇ ਖੂਬ ਹੱਸਿਆ। ਬਿੱਕਰ ਨੂੰ ਜਾਪਿਆ ਜਿਵੇਂ ਕੀਤੀ ਕਤਰੀ ਤੇ ਖੇਹ ਪੈ ਗਈ ਹੁੰਦੀ ਹੈ। ਉਹ ਸ਼ਰਾਬ ਵਿੱਚ ਲੋੜ ਜੋਗਾ ਪਾਣੀ ਮਿਲਾਇਆ ਤੇ ਗਲਾਸ ਫੜ ਕੇ ਮੰਜੇ ਦੀ ਹੀ ਤੇ ਆ ਬੈਠਾ। ਤੂੰ ਐਵੇਂ ਨਾ ਝੁਰਦੀ ਰਿਹਾ ਕਰ। ਘਰ ਦਾ ਕਾਲ ਕਲੇਖਾ ਨਾਲ ਨਹੀਂ ਸੀ ਨਿਕਲਣਾ। ਤੂੰ ਸਗੋਂ ਰੱਬ ਤੋਂ ਸੁੱਖ ਮੰਗ ਕੇ। ਉਹ ਠਿੱਠਰ ਹਾਸਾ ਹੱਸਿਆ। ਸ਼ਰਾਬ ਵਿੱਚ ਉਂਗਲ ਡਬੋ ਕੇ ਉਹ ਸ਼ਰਾਬ ਦੇ ਛਿੱਟੇ ਜ਼ਮੀਨ ਉੱਤੇ ਮਾਰੇ। ਧਰਤੀ ਨੂੰ ਭੋਗ ਲਾਉਣ ਤੋਂ ਪਿੱਛੋਂ ਉਸ ਇੱਕੋ ਡੀਕ ਨਾਲ ਗਲਾਸ ਅੱਧਾ ਖਾਲੀ ਕਰ ਦਿੱਤਾ। ਪਤਾ ਭਲਕੇ ਇੱਥੋਂ ਦੀ ਵੀ ਕਾਫਲਾ ਲੰਘ ਰਿਹਾ। ਨਿੱਕਾ ਪੁੰਜੇ ਬੈਠਾ ਲੱਕੜੀ ਦੇ ਗੀਟੀਆਂ ਨਾਲ ਘਰ ਬਣਾਉਣ ਖੇਡ ਰਿਹਾ ਸੀ।
ਉਹਨੇ ਹੱਥ ਮਾਰ ਕੇ ਬਣਿਆ ਬਣਾਤਾ ਘਰ ਢਾਹ ਦਿੱਤਾ ਤੇ ਉੱਠ ਕੇ ਮਾਂ ਕੋਲ ਆ ਗਿਆ। ਜਦੋਂ ਪਿੱਛੇ ਜੇ ਸ਼ਹਿਰ ਵਿੱਚ ਸਰਕਸ ਆਈ ਤਾਂ ਨਿੱਕੇ ਹਾਥੀ, ਸ਼ੇਰ, ਚੀਤੇ ਤੇ ਰਿੱਛ ਬਾਰੇ ਅਚੰਭੇ ਨਾਲ ਸੁਣਿਆ ਸੀ ਤੇ ਫਿਰ ਉਹਨਾਂ ਜਾਨਵਰਾਂ ਨੂੰ ਇਸ ਉਮਾਂ ਨਾਲ ਵੇਖਿਆ ਸੀ। ਕਾਫਲਾ ਵੀ ਸ਼ਾਇਦ ਇਹੋ ਜਿਹੀ ਕੋਈ ਅਲੋਕਾਰ ਸ਼ੈ ਸੀ। ਗੁਰਮੀਲ ਕੌਰ ਦੇ ਮੋਢੇ ਨਾਲ ਲੱਗਦਿਆਂ ਉਸ ਰਿਹਾੜ ਕੀਤੀ, ਮੈਂ ਕਾਫਲਾ ਦੇਖਣਾ ਹੈ ਮਾਂ। ਸਿਰ ਉੱਤੇ ਖਤਰਿਆਂ ਦੇ ਬੱਦਲ ਘੁਲੇ ਹੋਏ ਸਨ। ਹੁਣ ਝੜੀ ਨੇ ਬਹੁਤ ਲੰਮਿਆਂ ਹੋ ਜਾਣਾ ਸੀ। ਉਹ ਨਿੱਕੇ ਨੂੰ ਖਿੱਚ ਕੇ ਪਈ, ਕਾਫਲੇ ਵੇਖਣ ਲਈ ਤੇਰਾ ਪਿਓ ਹੀ ਬਹੁਤ ਆ, ਖਬਰਦਾਰ ਜੇ ਘਰੋਂ ਬਾਹਰ ਪੈਰ ਵੀ ਧਰਿਆ ਤਾਂ। ਬਿਕਰ ਰੋਟੀ ਟੁੱਕ ਖਾ ਕੇ ਕਾਫਲੇ ਦੀ ਖਬਰਸਾਰ ਲਈ ਜਾ ਚੁੱਕਿਆ ਸੀ। ਗੁਰਮੀਲ ਕੌਰ ਵੀ ਆਪਣਾ ਆਰ ਮੁਕਾ ਕੇ ਘੜੀ ਕੁ ਦੇ ਆਰਾਮ ਲਈ ਲੇਟ ਗਈ। ਦੁਪਹਿਰ ਦੀ ਊਂਘ ਨਾਲ ਘਰ ਵਿੱਚ ਸੁੰਝ ਸਮਾਨ ਵਰਤ ਗਈ। ਨਿੱਕੇ ਨੇ ਬਰਾਂਡੇ ਵਿੱਚ ਸੁੱਤੀ ਪਈ ਮਾਂ ਵੱਲ ਵੇਖਿਆ ਤੇ ਫਿਰ ਪੱਬਾਂ ਭਾਰ ਬਾਹਰਲੇ ਦਰਵਾਜ਼ੇ ਤੱਕ ਪਹੁੰਚ ਗਿਆ। ਕੁੰਡੇ 'ਚੋਂ ਚਿਮਟਾ ਕੱਢ ਕੇ ਉਸ ਅਡੋਲ ਜਿਹਾ ਹੇਠਾਂ ਰੱਖ ਦਿੱਤਾ। ਉਸ ਹੌਲੀ ਜਿਹੀ ਕੁੰਡਾ ਖੋਲ੍ਹਿਆ ਤੇ ਆਪਣੇ ਪਿੱਛੇ ਢੁੱਕਾ ਬੂਹਾ ਛੱਡ ਕੇ ਬਾਹਰ ਨਿਕਲ ਗਿਆ। ਵੱਡੀ ਸੜਕ ਉੱਤੇ ਇਹੋ ਜਿਹਾ ਕੁਝ ਨਹੀਂ ਸੀ ਜਿਹਨੂੰ ਉਹ ਕਾਫਲਾ ਕਹਿ ਸਕੇ। ਬਸ ਲੋਕਾਂ ਦਾ ਹਜੂਮ ਸੀ। ਬੱਦਲਾਂ ਦੀ ਸੁਰੰਗ ਵਿੱਚੋਂ ਨਿਕਲ ਕੇ ਬੱਦਲਾਂ ਦੀ ਸੁਰੰਗ ਵਿੱਚ ਗੁੰਮ ਹੋ ਰਿਹਾ ਇੱਕ ਦਰਿਆ ਸੀ। ਦਹਿਸ਼ਤਜ਼ਦਾ ਭੀੜ ਵਿੱਚ ਕਿਸੇ ਨੇ ਪੰਡ ਚੁੱਕੀ ਹੋਈ ਸੀ ਤੇ ਕਿਸੇ ਨੇ ਟਰੰਕ, ਕਿਸੇ ਨੇ ਗੱਡੇ ਉੱਤੇ ਟੱਬਰ ਨੂੰ ਸਮਾਨ ਵਾਂਗ ਲੱਦਿਆ ਹੋਇਆ ਸੀ ਤੇ ਕੋਈ ਤੂਸ ਭਰੇ ਝੋਲੇ ਨੂੰ ਵੀ ਨਿਆਣੇ ਵਾਂਗ ਢਾਕੇ ਲਾਈ ਜਾਂਦਾ ਸੀ। ਕੋਈ ਆਪਣੇ ਵੱਗ ਨੂੰ ਨਾਲ ਹਿੱਕੀ ਲੈ ਜਾ ਰਿਹਾ ਸੀ ਤੇ ਕੋਈ ਜਾਇਆਂ ਨੂੰ ਵੀ ਗਲੋਂ ਲਾਹਣ ਦੇ ਆਰ ਵਿੱਚ ਸੀ। ਖਾਲੀ ਰੇਹੜੀਆਂ ਕੋਲ 4-5 ਪੁਲਸੀਏ ਨਰਲੀਪ ਜਿਹੇ ਖਲੋਤੇ ਭੁੱਜੇ ਛੋਲੇ ਚੱਬ ਰਹੇ ਸਨ। ਹਥਿਆਰਬੰਦ ਫੌਜੀਆਂ ਦੀ ਇੱਕ ਜੀਪ ਸਰਿਆਲੀ ਵਾਲੇ ਪਾਸਿਓਂ ਆਈ ਤੇ ਅਗਾਂਹ ਲੰਘ ਗਈ। ਪੁਲਸੀਆਂ ਨੇ ਕੁਝ ਉਪਰਾਮਤਾ ਜੀ ਨਾਲ ਜਾਂਦੀ ਜੀਪ ਵੱਲ ਵੇਖਿਆ ਤੇ ਛੋਲੇ ਚੱਬਦੇ ਰਹੇ। ਕਾਫਲੇ ਦਾ ਵਹਿਣ ਰੋੜੂ ਸੀ। ਕਾਫਲੇ ਦੀ ਚੁੱਪ ਤੇ ਹੋਣੀ ਦੇ ਬੱਦਲ ਸਨ ਤੇ ਚੁੱਪ ਦੀ ਰੱਕੜ ਵਿੱਚ ਕਾਂਗਿਆਰੀ ਸਿਰ ਚੁੱਕਣ ਲੱਗ ਪਈ ਸੀ। ਉਦੋਂ ਅਜੇ ਪੁਲਸੀਆਂ ਦੇ ਛੋਲੇ ਨਹੀਂ ਸਨ ਮੁੱਕੇ। ਜਦੋਂ ਛੋਲੇ ਮੁੱਕੇ ਤਾਂ ਉਹ ਬੇਚੈਨ ਜਿਹਾ ਹੋ ਗਿਆ। ਕਰੜ ਬਰਰੀ ਦਾੜੀ ਵਾਲੇ ਹਵਾਲਦਾਰ ਨੇ ਛੋਲਿਆਂ ਵਾਲੇ ਖਾਲੀ ਲਿਫਾਫੇ ਨੂੰ ਗੁੱਛਾ ਮੁੱਛਾ ਕਰਕੇ ਪਰਾਂ ਵਗਾ ਮਾਰਿਆ। ਇਹ ਦਿਨ ਵੀ ਦੇਖਣੇ ਪੈਣੇ ਸਨ। ਕਿਧਰੇ ਕੋਈ ਕਾਨੂੰਨ ਹੀ ਨਹੀਂ ਰਿਹਾ। ਪੁਲਸੀਏ ਆਪੋ ਆਪਣੀਆਂ ਰਾਈਫਲਾਂ ਦੇ ਕੰਧੇ ਪਲੋਸਣ ਲੱਗ ਪਏ। ਉਹਨਾਂ ਗੱਲ ਭਾਵੇਂ ਸਾਧ ਨਾਲ ਕਰਨੀ ਹੋਵੇ ਤੇ ਭਾਵੇਂ ਚੋਰ ਨਾਲ, ਗੱਲ ਕਰਨ ਦਾ ਉਹਨਾਂ ਨੂੰ ਬਸ ਇਹੋ ਹੀ ਇੱਕ ਢੰਗ ਆਉਂਦਾ ਸੀ। ਉਹਨਾਂ ਦਾ ਇੰਨਾ ਹੁੰਗਾਰਾ ਹੀ ਬਹੁਤ ਸੀ। ਜਦੋਂ ਕਿਧਰੇ ਕੋਈ ਕਾਨੂੰਨ ਹੈ ਹੀ ਨਹੀਂ ਸੀ ਤਾਂ ਫਿਰ ਉਹ ਰਾਖੀ ਕਾਹਦੀ ਕਰਦੇ। ਹਵਾਲਦਾਰ ਨੇ ਰਾਈਫਲ ਭਰੀ, ਬੱਟ ਮੋਢੇ ਨਾਲ ਲਾ ਕੇ ਨਿਸ਼ਾਨਾ ਸਾਧਿਆ ਤੇ ਘੋੜਾ ਦੱਬ ਦਿੱਤਾ। ਠੀਂਚੂ ਗੰਦੇ ਨਾਲੇ ਦੇ ਕਿਨਾਰੇ ਵਾਲੇ ਬੋਹੜ ਦੇ ਪੱਤੇ ਜ਼ੋਰ ਦੇ ਹਿੱਲੇ। ਪੱਤਿਆਂ ਵਾਲੇ ਲੁੱਕੇ ਬੈਠੇ ਪੰਛੀਆਂ ਨੇ ਪਰ ਫੜਫੜਾਏ ਤੇ ਫਿਰ ਛਹਿ ਗਏ। ਇੱਕ ਤੋਤਾ ਪੱਤਿਆਂ 'ਚੋਂ ਨਿਕਲ ਕੇ ਖੁੱਲ੍ਹੇ ਅੰਬਰ ਵੱਲ ਉਡਾਰੀ ਮਾਰ ਗਿਆ। ਨਿੱਕੇ ਨੇ ਆਪਣੇ ਕੋ ਬਰਾਬਰ ਦਾ ਮੁੰਡਾ ਪੱਕੀ ਸੜਕ ਉੱਤੇ ਡਿੱਗਦਾ ਵੇਖਿਆ। ਗੁੱਸੇ ਵਿੱਚ ਚੀਕਦਾ ਹੋਇਆ ਇੱਕ ਬੁੱਢਾ ਪੁਲਸੀਆਂ ਵੱਲ ਦੌੜਿਆ। ਬੰਦੂਕ ਦੇ ਬੈਰਲ 'ਚੋਂ ਇੱਕ ਹੋਰ ਗੋਲੀ ਨਿਕਲੀ ਤੇ ਬੁੱਢੇ ਨੂੰ ਢੇਰੀ ਕਰ ਗਈ। ਸਿਰਕ ਰਿਹਾ ਕਾਫਲਾ ਭੰਬਰਤ ਕੇ ਪਲਛਣ ਲਈ ਥਾਵੇਂ ਪਥਰਾ ਗਿਆ। ਅਗਲੇ ਛਣ ਨੇ ਅੱਖ ਝਪਕੀ ਤਾਂ ਕਾਫਲੇ ਵਿੱਚ ਹਾਹਾਕਾਰ ਮਚ ਗਈ। ਸ਼ਾਂਤ ਵਗ ਰਿਹਾ ਦਰਿਆ ਬੇਮੁਹਾਰਾ ਹੋ ਗਿਆ। ਚੀਖ ਚਿਹਾੜੇ ਹੋਰ ਵੀ ਵੱਧ ਗਏ। ਪਤਾ ਨਹੀਂ ਕਿੱਥੋਂ ਕਿੱਥੋਂ ਗੋਲੀਆਂ ਚੱਲਣ ਲੱਗ ਪਈਆਂ। ਬਾਜ਼ਾਰ ਦੇ ਸਿਰ ਉੱਤੇ ਖਲੋਤੀ ਭੀੜ ਗੁਰਦੁਆਰੇ ਵੱਲ ਦੌੜੀ। ਨਿੱਕਾ ਇੱਕ ਪਲ ਹੈਰਾਨ ਹੋਇਆ, ਖਲੋਤਾ ਰਿਹਾ ਤੇ ਫਿਰ ਕਿਸੇ ਦਾ ਧੱਕਾ ਖਾ ਕੇ ਡਿੱਗ ਪਿਆ। ਇਸ ਤੋਂ ਪਹਿਲਾਂ ਕਿ ਅਨੇਕ ਪੈਰ ਉਹਨੂੰ ਲਤਾੜਦੇ ਹੋਏ ਲੰਘ ਜਾਂਦੇ, ਕੋਈ ਉਹਦੇ ਉੱਤੇ ਝੁਕ ਗਿਆ। ਹਰਫੜੀ ਹੋਈ ਭੀੜ ਪਤਲੀ ਪਈ ਤਾਂ ਬਜ਼ੁਰਗ ਨੇ ਉਹਨੂੰ ਉਠਾਇਆ। ਨਿੱਕੇ ਦੇ ਗੋਡੇ ਤੇ ਅਰਕਾਂ ਛਿੱਲੀਆਂ ਗਈਆਂ ਸਨ। ਉਹ ਰੋਣ ਲੱਗ ਪਿਆ ਸੀ। ਉਸਨੇ ਨਿੱਕੇ ਦੇ ਕੱਪੜੇ ਝਾੜੇ, ਉਹਨੂੰ ਚੁੱਪ ਕਰਾਇਆ ਤੇ ਬਾਹੋਂ ਫੜ ਕੇ ਕਮੇਟੀ ਦੇ ਨਲਕੇ ਤੱਕ ਲੈ ਗਿਆ। ਉਹਨੂੰ ਬੁੱਕ ਨਾਲ ਪਾਣੀ ਪਿਆ ਕੇ ਘਰ ਵੱਲ ਤੋਰਦਿਆਂ ਬੋਲਿਆ, ਕਾਕਾ ਤੂੰ ਇੱਥੇ ਕੀ ਵੇਖਣਾ ਸੀ ਭਲਾ? ਇਸ ਤਰ੍ਹਾਂ ਤਾਂ ਤੂੰ ਬਹੁਤ ਛੇਤੀ ਬੁੱਢਾ ਹੋ ਜਾਵੇਂਗਾ। ਕਰਫਿਊ ਦੇ ਸਾਇਰਨ ਦੀ ਆਵਾਜ਼ ਲੰਮੀ ਹੇਕ ਨਾਲ ਦੇਰ ਤੱਕ ਰੋਂਦੀ ਰਹੀ। ਹਨੇਰਾ ਤੰਗ ਗਲੀਆਂ ਵਿੱਚੋਂ ਉਛਲ ਕੇ ਪੂਰੇ ਅਸਮਾਨ 'ਤੇ ਫੈਲ ਗਿਆ। ਗੋਲੀਆਂ ਤੇ ਚੀਕਾਂ ਦੀਆਂ ਆਵਾਜ਼ਾਂ ਰਾਤ ਦੇ ਡਰ ਨੂੰ ਅੱਖੋਂ ਪਰੋਖਾ ਕਰਕੇ ਮਨ ਦੇ ਸੈਂਸਿਆਂ ਕੋਲ ਢੁੱਕ ਕੇ ਬਹਿ ਗਈਆਂ। ਤਾਰਿਆਂ ਦੀ ਲੋ ਮੱਧਮ ਪੈ ਗਈ। ਅਸਮਾਨ ਤਾਰਿਆਂ ਸਮੇਤ ਉੱਪਰ ਨੂੰ ਚਲਾ ਗਿਆ। ਖੌਰੇ ਕੀ ਪਤਿਓਂ ਪਹਿਲਾਂ ਧੂਏਂ ਦੇ ਗੁਬਾਰ ਉੱਚੇ ਉੱਠੇ ਤੇ ਫਿਰ ਅੱਗ ਦੀਆਂ ਲਾਟਾਂ ਨੇ ਅੰਬਰ ਛੂਹ ਲਿਆ।
ਸ਼ਹਿਰ ਦੀਆਂ ਸਹਿਮੀਆਂ ਅੱਖਾਂ ਨੇ ਕਾਲੇ ਅੰਬਰ ਦੇ ਮੇਲੇ ਤਾਰਿਆਂ ਤਾਰਿਆਂ ਵੱਲ ਤੱਕਿਆ। ਮੁਰਦਿਆਂ ਦੀ ਭਰੀ ਗੱਡੀ ਸ਼ਹਿਰ ਕੋਲੋਂ ਕੰਨੀ ਕਤਰਾ ਕੇ ਦਗੜ ਦਗੜ ਕਰਦੀ ਲੰਘ ਗਈ। ਸ਼ਹਿਰ ਟੱਪ ਕੇ ਇੰਜਣ ਨੇ ਲੰਮੀ ਚੀਕ ਮਾਰੀ। ਕਾਲੇ ਹਨੇਰੇ ਵਿੱਚ ਸਲੇਟੀ ਧੂੰਆਂ ਅਫਵਾਹਾਂ ਵਾਂਗਰ ਫੈਲ ਗਿਆ। ਨਿੱਕਾ ਗੂੜੀ ਨੀਂਦ ਵਿੱਚੋਂ ਤ੍ਰਿਭਕਿਆ ਤੇ ਮਾਂ ਨਾਲ ਚੰਬੜ ਗਿਆ। ਸੁੱਤ ਨੀਂਦੀ ਨੇ ਉਹਨੂੰ ਇੱਕ ਦੋ ਵਾਰ ਥਾਪੜਿਆ ਤੇ ਠੰਡਾ ਸਾਹ ਭਰ ਕੇ ਉਹਦਾ ਮੱਥਾ ਚੁੰਮ ਲਿਆ। ਭਰ ਕੇ ਉਹਦਾ ਮੱਥਾ ਚੁੰਮ ਲਿਆ। ਰਾਤ ਕਿਸੇ ਗਲੀਜ਼ ਸੁੰਡੀ ਵਾਂਗ ਰੀਂਗਦੀ ਰਹੀ। ਬਿਕਰ ਦੁਪਹਿਰ ਦਾ ਮੁਹਿੰਮ ਉੱਤੇ ਗਿਆ, ਹਾਲੇ ਤੱਕ ਨਹੀਂ ਸੀ ਪਰਤਿਆ। ਧੁੱਪ ਹਨੇਰੇ ਦੀਆਂ ਸੌਂਦੀਆਂ ਜਾਗਦੀਆਂ ਚੀਕਾਂ ਵਿੱਚ ਕਿਤੇ ਕੋਈ ਚੀਕ ਉਹਦੀ ਵੀ ਤਾਂ ਨਹੀਂ ਰਲ ਮਿਲ ਗਈ। ਗੁਰਮੀਲ ਕੌਰ ਦੇ ਹਨੇਰੇ ਵਿੱਚ ਇੱਕ ਚਿੰਤਾ ਹੋਰ ਸ਼ਾਮਲ ਹੋ ਗਈ। ਕੁੱਕੜ ਦੀ ਪਹਿਲੀ ਬਾਂਗ ਨਾਲ ਸਵੇਰ ਨੇ ਅਸਲੂਟ ਭੰਨੀ। ਰਾਤ ਭਰ ਤੋਂ ਚੱਲ ਰਹੀਆਂ ਗੋਲੀਆਂ ਰਹਿ ਕੇ ਸੌਂ ਗਈਆਂ। ਉਹ ਫਟਾਲੇ ਨਾਲ ਨੇ ਦੀ ਜਾਗ ਖੁੱਲ੍ਹ ਗਈ। ਉਹ ਕੁਝ ਚਿਰ ਪੈਰ ਲਮਕਾ ਕੇ ਮੰਜੀ ਦੀ ਹੀਂਹ ਉੱਤੇ ਬੈਠਾ ਰਿਹਾ ਤੇ ਫਿਰ ਬਨੇਰੇ ਵੱਲ ਚਲਿਆ ਗਿਆ। ਗੁਰਮੀਲ ਕੌਰ ਦੀ ਅੱਖ ਤੜਕਸਾਰ ਹੀ ਲੱਗੀ ਸੀ। ਕਿਸੇ ਚੰਦਰੇ ਸੁਪਨੇ ਨਾਲ ਉਬੜਵਾਏ ਉੱਠ ਬੈਠੀ। ਖਾਲੀ ਬਿਸਤਰੇ ਦੀ ਘਬਰਾਹਟ ਨੇ ਉਹਨੂੰ ਮੋਮ ਕਰ ਦਿੱਤਾ। ਨਿੱਕਾ ਬਨੇਰੇ ਦੇ ਉੱਤੋਂ ਦੀ ਗਲੀ ਵੱਲ ਉਲਰਿਆ ਹੋਇਆ ਸੀ, ਜਿਵੇਂ ਬੀਤੀ ਸ਼ਾਮ ਹੁਣ ਗਲੀ ਵਿੱਚ ਵੀ ਲੁਕਣ ਮੀਟੀ ਖੇਡ ਰਹੀ ਹੁੰਦੀ ਹੈ। ਉਹ ਛੇਤੀ ਨਾਲ ਨਿੱਕੇ ਨੂੰ ਗਲਮੇ ਤੋਂ ਫੜ ਕੇ ਪਿਛਾਂਹ ਖਿੱਚ ਲਿਆ, ਪਰ ਨਿੱਕੇ ਦਾ ਦਾਮਨ ਗਲੀ ਵਾਲੇ ਪਾਸੇ ਹੀ ਉਲਰਿਆ ਰਹਿ ਗਿਆ। ਲੋ ਬੇਲੀਓ, ਇਹ ਸੀ ਵੰਡ ਦੀ ਕਿਸ਼ਤ ਨੰਬਰ 103 ਤੇ ਛੇਤੀ ਹੀ